ਚਰਚਾ ਹੈ। ਕਿਸਾਨ ਅੰਦੋਲਨ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਔਰ ਪੰਜਾਬ ਦੇ ਵਿੱਚ ਕੀ ਉਸ ਦਾ ਅਸਰ ਹੈ, ਖਾਸ ਕਰਕੇ ਸਿਆਸੀ ਸਫਾਂ ਦੇ ਵਿੱਚ, ਜਾਂ ਕਿਸ ਤਰੀਕੇ ਨਾਲ ਜਿਹੜੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਉਹ ਪੈਰਲਲ ਇਸ ਅੰਦੋਲਨ ਦੇ ਚੱਲ ਰਹੀਆਂ ਨੇ ਔਰ ਕਿਵੇਂ ਆਪਣਾ ਯੋਗਦਾਨ ਪਾ ਰਹੀਆਂ ਨੇ। ਦੂਸਰੇ ਪਾਸੇ ਕੇਂਦਰ ਸਰਕਾਰ ਦਾ ਰੁਖ ਕੀ ਹੈ ਔਰ ਉਸ ਰੁਖ ਨੂੰ ਬਦਲਾਉਣ ਦੇ ਵਿੱਚ ਪੰਜਾਬ ਦੀਆਂ ਸਿਆਸੀ ਸਫਾਂ ਦਾ ਕੀ ਰੋਲ ਹੋ ਸਕਦਾ ਹੈ ਜਾਂ ਹੈਗਾ। ਇਸ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੁੜੇ ਨੇ। ਸੁਖਬੀਰ ਜੀ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਤੁਸੀਂ ਪਿਛਲੇ 1 ਮਹੀਨੇ ਤੋਂ ਲਗਾਤਾਰ ਇਸ ਨੂੰ ਦੇਖ ਰਹੇ ਹੋ। ਜਦੋਂ ਆਪਾਂ ਲਾਸਟ ਇੰਟਰਵਿਊ ਕੀਤੀ ਸੀ ਉਦੋਂ ਸ਼ੁਰੂਆਤ ਹੋਈ ਸੀ, ਅੱਜ 1 ਮਹੀਨਾ ਹੋ ਗਿਆ, ਲੋਕ ਬੈਠੇ ਨੇ ਠੰਡ ਦੇ ਵਿੱਚ ਇਸ ਉਮੀਦ ਨਾਲ ਕਿ ਕੇਂਦਰ ਸਰਕਾਰ ਕੋਈ ਇਸ ਦਾ ਹੱਲ ਕੱਢੂਗੀ। ਸੋ ਇਸ 1 ਮਹੀਨੇ ਦੇ ਪੰਜਾਬੀਆਂ ਦੇ ਜਜ਼ਬੇ ਨੂੰ ਤੁਸੀਂ ਕਿਸ ਲਿਹਾਜ਼ ਨਾਲ ਆਂਕ ਰਹੇ ਹੋ? ਮੇਰਾ ਤਕਰੀਬਨ 30 ਸਾਲ ਹੋ ਗਏ ਸਿਆਸਤ 'ਚ। ਬੜੇ ਅਸੀਂ ਐਜੀਟੇਸ਼ਨਸ ਕੀਤੀਆਂ, ਪਰ ਮੈਂ ਪਹਿਲੀ ਐਜੀਟੇਸ਼ਨ ਦੇਖੀ ਹੈ ਜਿਹਦੇ 'ਚ ਹਰ ਘਰ 'ਚ ਇਮੋਸ਼ਨਲੀ ਲੋਕੀ ਅਟੈਚ ਹੋ ਗਏ। ਆ ਕੋਈ ਇਕੱਲਾ ਕਿਸਾਨੀ ਦਾ ਐਜੀਟੇਸ਼ਨ ਨਹੀਂ ਰਿਹਾ, ਆ ਵਪਾਰੀ ਵੀ ਇਹਦੇ 'ਚ ਹੈ, ਮੁਲਾਜ਼ਮ ਵੀ ਇਹਦੇ 'ਚ ਹੈ। ਮੈਨੂੰ ਹੁਣੀ ਕੋਈ ਦੱਸ ਰਿਹਾ ਸੀ ਕਈ ਸਰਕਾਰੀ ਮੁਲਾਜ਼ਮ ਛੁੱਟੀਆਂ ਲੈ ਕੇ ਉੱਥੇ ਐਜੀਟੇਸ਼ਨ 'ਚ ਹਿੱਸਾ ਲੈ ਰਹੇ ਆ। ਤੂੰ ਦੇਖੋ, ਇੱਕ BSF ਦਾ ਜਿਹੜਾ ਸੀ ਆਰਮੀ ਮੈਨ, ਉਹ ਵੀ ਉੱਥੇ ਐਜੀਟੇਸ਼ਨ 'ਚ ਆਇਆ ਸੀ। ਸੋ ਆ ਇੱਕ ਘਰ ਦੀ ਕਹਾਣੀ ਬਣ ਗਈ ਹੈ। ਆ ਇਮੋਸ਼ਨਲ ਜੁੜ ਗਏ ਹੈ। ਜਦੋਂ ਇਮੋਸ਼ਨ ਜੁੜ ਜਾਣ ਉਹ ਐਜੀਟੇਸ਼ਨ ਨਹੀਂ ਰਹਿੰਦਾ, ਉਹ ਐਜੀਟੇਸ਼ਨ ਤੋਂ ਬਹੁਤ ਅੱਗੇ ਵੱਧ ਜਾਂਦਾ ਹੈ। ਹੁਣ ਤਾਂ ਆ ਜਿਹੜੇ ਇਮੋਸ਼ਨਸ ਆ ਤੁਸੀਂ ਦੇਖੋਗੇ ਹੌਲੀ ਹੌਲੀ ਜਿਸ ਜਜ਼ਬੇ ਨਾਲ ਪੰਜਾਬ ਤੁਰਿਆ ਉਵੇਂ ਹੀ ਹਰਿਆਣਾ ਤੁਰ ਪਿਆ, ਉਵੇਂ ਹੀ ਮੈਂ ਦੇਖਿਆ ਯੂਪੀ ਤੇ ਬਾਕੀ ਸੂਬਿਆਂ 'ਚ ਕਿਸਾਨ ਜੁੜ ਰਹੇ ਹੈ। ਅਗਲੇ ਜੇ ਐਜੀਟੇਸ਼ਨ ਅਗਲਾ ਮਹੀਨਾ 2 ਮਹੀਨੇ ਹੋਰ ਚੱਲਿਆ ਤੁਸੀਂ ਦੇਖੋਗੇ ਦੇਸ਼ ਵਿੱਚ ਇੱਕ ਪੂਰਾ ਤੁਹਾਨੂੰ ਲੱਗਦਾ ਹੈ ਕਿ ਮਹੀਨਾ 2 ਮਹੀਨਾ ਚੱਲੇਗਾ? ਇਸ ਲਈ ਕਿਉਂ ਲੱਗਦਾ ਜੀ? ਮੈਨੂੰ ਇਸ ਲਈ ਲੱਗਦਾ ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਮੋਦੀ ਹੈ ਉਹਨੇ ਜਿੱਦ ਫੜ ਲਈ ਹੈ। ਉਹ ਤਾਂ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ, ਜਿੱਦੀ ਪ੍ਰਧਾਨ ਮੰਤਰੀ ਹੈ। ਦੇਖੋ, ਉਹਨਾਂ ਦੀ ਜਿਹੜੀ ਮਿਨਿਸਟਰ ਨੇ ਕਿਹਾ ਹੈ ਕਿ ਸਾਰਾ ਕੁਝ ਅਸੀਂ ਬਦਲਣ ਨੂੰ ਤਿਆਰ ਹੈ। ਜੇ ਸਾਰਾ ਕੁਝ ਤੁਸੀਂ ਬਦਲਣ ਨੂੰ ਤਿਆਰ ਹੋ ਤੇ ਫਿਰ ਵਾਪਸ ਕਿਉਂ ਨਹੀਂ ਕਰਦੇ? ਤੁਸੀਂ ਵਿਚਾਰੇ ਜਿਹੜੇ ਹਜ਼ਾਰਾਂ ਲੱਖਾਂ ਦੀ ਗਰੀਬ ਕਿਸਾਨ, ਮਜ਼ਦੂਰ, ਬਜ਼ੁਰਗ, ਮਾਈਆਂ ਠੰਡ 'ਚ ਬੈਠੇ ਆ, ਉਹਨਾਂ ਨੂੰ ਕਿਉਂ ਤੰਗ ਕਰ ਰਹੇ ਹੋ? ਛੋਟੇ ਛੋਟੇ ਬੱਚੇ ਉੱਥੇ ਬੈਠੇ ਆ, ਇੰਨੀ ਠੰਡ ਵਿੱਚ ਬੈਠੇ, ਬਾਹਰ ਬੈਠੇ ਆ। ਦੇਸ਼ ਦਾ ਪ੍ਰਧਾਨ ਮੰਤਰੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਮਤਲਬ ਇੱਕ ਪਰਿਵਾਰ ਦਾ ਮੁਖੀ ਹੈ। ਜੇ ਉਹਦਾ ਪਰਿਵਾਰ ਠੰਡ 'ਚ ਬੈਠਾ ਹੈ, ਕਿ ਉਹ ਮੁਖੀ ਦਾ ਫਰਜ਼ ਨਹੀਂ ਉਹਨਾਂ ਦੀ ਮੁਸ਼ਕਲਾਂ ਹੱਲ ਕਰਨੀ ਹੈ? ਚਲੋ, ਤੁਹਾਡਾ ਤਾਂ ਸੁਖਬੀਰ ਜੀ 9 ਮਾਸ ਦਾ ਰਿਸ਼ਤਾ ਰਿਹਾ ਬੀਜੇਪੀ ਨਾਲ। ਹੁਣ ਤੁਸੀਂ ਵੱਖੋ ਵੱਖ ਰਾਹਾਂ ਅਪਣਾ ਲਈਆਂ ਨੇ, ਤੁਹਾਡੇ ਫਿਰ ਵੀ ਲਿੰਕ ਤੇ ਪਾਰਟੀਆਂ ਦੇ ਵਿੱਚ ਹੁੰਦੇ ਆ, ਪੋਲੀਟੀਕਲ ਪਾਰਟੀਆਂ ਦੇ ਲੋਕਾਂ ਨਾਲ, ਬੀਜੇਪੀ ਨਾਲ ਵੀ ਤੁਹਾਡੇ ਲਿੰਕ ਹੋਣਗੇ। ਤੁਹਾਨੂੰ ਕਿਉਂ ਲੱਗਦਾ ਹੈ ਕਿਉਂ ਸਰਕਾਰ ਦਾ ਐਸਾ ਰਵੱਈਆ, ਕਿਉਂ ਕਿਸੇ ਗੱਲ ਤੇ ਨਹੀਂ ਆ ਰਿਹਾ, ਇੱਕ ਡੈਡਲੌਕ ਬਣ ਕੇ ਰਹਿ ਗਿਆ? ਐਕਚੁਅਲੀ ਨਾ, ਜਿਹੜੇ ਹੁਣ ਬੀਜੇਪੀ ਦੀ ਸਿਚੁਏਸ਼ਨ ਬਹੁਤ ਫਰਕ ਹੈ। ਜਿਹੜੀ ਪਹਿਲੇ ਬੀਜੇਪੀ ਸੀ, ਵਾਜਪਾਈ ਸਾਹਿਬ ਦੀ ਸਰਕਾਰ ਜੋ ਹੁੰਦੇ ਸੀ ਨਾ, ਅਦਵਾਨੀ ਸਾਹਿਬ, ਵਾਜਪਾਈ ਸਾਹਿਬ, ਉਦੋਂ ਬੀਜੇਪੀ ਤੇ ਹੁਣ ਦੀ ਬੀਜੇਪੀ ਦਾ ਬਹੁਤ ਫਰਕ ਹੈ। ਤੁਸੀਂ ਹੈਰਾਨੀ ਹੋਊਗੀ ਤੁਹਾਨੂੰ ਸੁਣ ਕੇ, ਜਦੋਂ ਮੈਂ ਪਾਰਲੀਮੈਂਟ ਸਪੀਚ ਦਿੱਤੀ ਜੀ ਤੇ ਮੈਂ ਅਨਾਉਂਸ ਕੀਤਾ ਕਿ ਅਸੀਂ ਕਿਸਾਨੀ ਦੇ ਮੁੱਦੇ ਤੇ ਅਸੀਂ ਸਰਕਾਰ ਤੋਂ ਅਸਤੀਫਾ ਦਿੰਦੇ ਹਾਂ, ਸਭ ਤੋਂ ਵੱਧ ਵਧਾਈਆਂ ਜਿਹੜੇ ਬੀਜੇਪੀ ਦੇ ਮੇਰੇ ਪਿੱਛੇ ਯੂਪੀ ਦੇ ਤੇ ਸਾਰੇ ਕਿਸਾਨ ਜਿਹੜੇ ਥੇ ਜਾਟ MP ਸੀ, ਸਾਰਿਆਂ ਨੇ ਮੈਨੂੰ ਆ ਕੇ ਦਿੱਤੀਆਂ ਕਿ ਯਾਰ ਤੁਸੀਂ ਬਹੁਤ ਵਧੀਆ ਫੈਸਲਾ ਲਿੱਤਾ। ਅਸੀਂ ਬੋਲ ਨਹੀਂ ਸਕਦੇ ਸਾਡੀ ਪਾਰਟੀ 'ਚ, ਨਾ ਸਾਡੀ ਕੋਈ ਸੁਣਦਾ ਹੈ। ਸਾਡੇ ਤਾਂ ਤੁਹਾਡੇ ਕਹਿੰਦਾ ਮਤਲਬ ਕਿ ਦੁਖੀ ਨੇ ਬੀਜੇਪੀ ਪਾਰਟੀ। ਮੈਂ ਕਿਹਾ ਸਭ ਤੋਂ ਵੱਧ ਵਧਾਈਆਂ ਬੀਜੇਪੀ ਦੇ MP ਨੇ ਮੈਨੂੰ ਦਿੱਤੀਆਂ ਕਿ ਤੁਸੀਂ ਬਹੁਤ ਵਧੀਆ ਕਦਮ ਉਠਾਇਆ। ਦੇਖੋ, ਜਿਹੜੀ ਪਾਰਟੀ ਦੇ MP ਆਪਣੇ ਪ੍ਰਧਾਨ ਨੂੰ ਦੱਸ ਨਹੀਂ ਸਕਦੇ ਤੇ ਉਹ ਪਾਰਟੀ 'ਚ ਕਿੰਨੀ ਦਹਿਸ਼ਤ ਦਾ ਮਾਹੌਲ ਹੈ ਥੱਲੇ ਤੱਕ। ਅੱਛਾ, ਇੱਕ ਪਾਸੇ ਸੁਖਬੀਰ ਜੀ ਗੱਲਬਾਤ ਚੱਲਦੀ ਹੈ, ਜਦੋਂ 2 ਧਿਰਾਂ ਗੱਲਬਾਤ ਕਰ ਰਹੀਆਂ ਹੁਣ, ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਸ ਵੇਲੇ ਇੱਕ ਤਰੀਕੇ ਦਾ ਸੀਜ਼ ਫਾਇਰ ਹੋ ਜਾਣਾ ਚਾਹੀਦਾ ਹੈ, ਕੋਈ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ, ਤਾਂ ਹੀ ਆਪਾਂ ਸਾਰਥਕ ਮਾਹੌਲ 'ਚ ਗੱਲਬਾਤ ਨੂੰ ਦੇਖਦੇ ਹਾਂ। ਇੱਕ ਪਾਸੇ ਕਿਸਾਨ ਮਿਲਣ ਜਾ ਰਹੇ ਨੇ, ਮੀਟਿੰਗ ਹੋ ਰਹੀ ਹੈ, ਖੇਤੀਬਾੜੀ ਮੰਤਰੀ ਦੂਸਰੇ ਪਾਸੇ ਬਿਆਨ ਦਿੰਦੇ ਨੇ ਕਿ ਜੀ UPA ਵੀ ਉਸ ਵੇਲੇ ਲਿਆਉਣਾ ਚਾਹੁੰਦੀ ਸੀ ਪਰ ਉਹਨਾਂ 'ਚ ਕੈਪੈਸਿਟੀ ਨਹੀਂ ਸੀ ਦਬਾਅ ਝੱਲਣ ਦੀ, ਇਸ ਕਰਕੇ ਉਹ ਲਿਆ ਨਹੀਂ ਸਕੇ। ਸਾਡੇ ਕੋਲੇ ਮਜ਼ਬੂਤ ਲੀਡਰ ਹੈ ਨਰਿੰਦਰ ਮੋਦੀ ਵਰਗਾ, ਜਿਹੜਾ ਕਿਸੇ ਦਾ ਦਬਾਅ ਨਹੀਂ ਮੰਨਦਾ। ਇਹਨਾਂ ਬਿਆਨਾਂ ਨੂੰ ਕਿਵੇਂ ਦੇਖਦੇ ਤੁਸੀਂ? ਮੈਂ ਦੇਖਿਆ ਕਿ ਪਹਿਲੇ ਤੋਂ ਹੀ ਟੈਨਸ਼ਨ, ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਆ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਹੈ ਇਹਨੇ ਜਿੱਦ ਫੜ ਲਈ ਹੈ। ਤੁਸੀਂ ਦੇਖ ਲਓ, ਨਾਲੇ ਤੁਸੀਂ ਕਹਿੰਦੇ ਗੱਲ ਕਰੋ ਸਾਡੇ ਨਾਲ ਤੇ ਨਾਲੇ ਪ੍ਰਧਾਨ ਮੰਤਰੀ ਸਿਫਤਾਂ ਕਰਦਾ ਬਿੱਲ ਦਾ। ਜੇ ਤੁਸੀਂ ਗੱਲ ਕਰ ਰਹੇ ਹੋ, ਕਿਸਾਨਾਂ ਨਾਲ ਗੱਲ ਕਰ ਰਹੇ ਹੋ, ਫਿਰ ਆਪਣੇ ਬਿੱਲ ਦੀ ਸਿਫਤਾਂ ਕਿਉਂ ਕਰ ਰਹੇ ਹੋ? ਕਿਉਂ ਸਮਝਾ ਰਹੇ ਹੋ ਕਿ ਚੰਗੇ ਪੁਆਇੰਟ ਕੀ ਹੈ? ਕਿਉਂ ਤੁਸੀਂ ਰੋਜ਼ ਕਿਸਾਨਾਂ ਨੂੰ ਜਾਣ ਕੇ
ਜੇ ਗੱਲ ਕਰਨੀ ਆ ਤੁਸੀਂ ਐ ਨਹੀਂ ਕਿ ਆ ਜਿਹੜੇ ਬੈਠੇ ਕਿਸਾਨ ਉਹਨਾਂ ਨਾਲ ਗੱਲ ਕਰੋ, ਜਾਣ ਕੇ ਗੁਜਰਾਤ ਜਾਣਗੇ 5 ਬੰਦੇ ਨਾਲ ਕੋ ਬਿਠਾ ਲੈਣਗੇ, ਜਾਂ ਕੋਈ ਯੂਪੀ ਦੇ ਕੋਈ 5-7 ਬੰਦੇ ਬਿਠਾ ਲੈਣਗੇ, ਜਾਣ ਕੇ ਸ਼ੋਅ ਕਰਨਾ ਕਿ ਕਿਸਾਨ ਮੇਰੇ ਨਾਲ ਹੈ। ਮੋਦੀ ਸਾਹਿਬ, ਕਿਸਾਨ ਦੇਸ਼ ਦੇ ਤੁਹਾਡੇ ਉਲਟ ਹੈ, ਕਿਉਂਕਿ ਜੋ ਕਾਨੂੰਨ ਲਿਆਂਦੇ ਹੈ ਕਿਸਾਨ ਨਹੀਂ ਚਾਹੁੰਦੇ, ਤੇ ਲੋਕੀ ਇੰਨੇ ਦੁਖੀ ਹੈ, ਤੁਹਾਨੂੰ ਅਗਲੇ ਇਲੈਕਸ਼ਨ 'ਚ ਪਤਾ ਲੱਗੂਗਾ ਕਿ ਜੇ ਤੁਸੀਂ ਉਹਨਾਂ ਨੂੰ ਫੇਸ ਨਹੀਂ ਕਰ ਸਕਣਾ। ਜੇ ਕਿਸਾਨ ਦੁਖੀ ਹੋ ਜਾਏ ਨਾ, ਦੇਸ਼ ਸੁਖੀ ਨਹੀਂ ਹੋ ਸਕਦਾ। ਤੁਸੀਂ ਇੱਕ ਬਿਆਨ ਦਿੱਤਾ ਸੀ ਪਿਛਲੇ ਦਿਨੀ, ਕਾਫੀ ਉਸ ਦੀ ਚਰਚਾ ਹੋਈ ਕਿ ਜਿਹੜੀ ਟੁਕੜੇ ਟੁਕੜੇ ਗੈਂਗ ਦੀ ਗੱਲ ਹੁੰਦੀ ਹੈ ਦੇਸ਼ 'ਚ, ਤੁਸੀਂ ਕਿਹਾ ਕਿ ਅਸਲ ਟੁਕੜੇ ਟੁਕੜੇ ਗੈਂਗ ਬੀਜੇਪੀ ਹੈ। ਉਸ ਦੀ ਵਜ੍ਹਾ ਕੀ ਹੈ? ਸੀ ਮੈਂ ਉਹ ਕਿਉਂ ਕਿਹਾ ਸੀ, ਕਿਉਂਕਿ ਮੈਂ ਪਿਛਲੇ 6 ਮਹੀਨੇ 6 ਸਾਲਾਂ 'ਚ ਦੇਖ ਰਿਹਾ ਕਿ ਜੋ ਵੀ ਬੀਜੇਪੀ ਦੇ ਖਿਲਾਫ ਬੋਲਦਾ ਹੈ ਉਹਨੂੰ ਦੇਸ਼ ਵਿਰੋਧੀ ਕਰ ਦਿੰਦੇ ਆ। ਕੋਈ ਪਾਰਟੀ ਬੋਲਦੀ ਹੈ ਉਹਨੂੰ ਕਿ ਚਾਈਨਾ ਦਾ ਸਪੋਰਟਰ ਕਹਿੰਦੇ, ਕਿਸੇ ਨੂੰ ਪਾਕਿਸਤਾਨ ਦਾ ਸਪੋਰਟਰ ਕਹਿੰਦੇ ਆ। ਜਿਹੜਾ ਉਹਨਾਂ ਦੇ ਹੱਕ 'ਚ ਹੈ ਉਹਨੂੰ ਮੈਂ ਜਿਹੜਾ ਹੈ ਕਿ ਦੇਸ਼ ਦੇ ਹੱਕ 'ਚ ਹੈ। ਕੀ ਦੇਸ਼ ਦੇ ਹੱਕ 'ਚ ਰਹਿਣ ਵਾਲਾ ਜਾਂ ਵਿਰੋਧ ਕਰਨ ਵਾਲਾ ਠੀਕ ਸਰਟੀਫਿਕੇਟ ਮੋਦੀ ਸਾਹਿਬ ਨੇ ਦੇਣਾ, ਬੀਜੇਪੀ ਨੇ ਦੇਣਾ? ਤੁਸੀਂ ਦੇਖੋ ਕਿ ਉਹਨਾਂ ਨੇ ਪਹਿਲੇ ਲਗਾਤਾਰ ਜੋ ਵੀ ਪਾਲਿਸੀ ਹੈ ਹਿੰਦੂ ਭਾਈਚਾਰੇ ਤੇ ਮੁਸਲਿਮ ਭਾਈਚਾਰੇ 'ਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ। ਤੇ ਜਿਹੜਾ ਮੈਨੂੰ ਉਦੋਂ ਦੁੱਖ ਲੱਗਿਆ ਜਦੋਂ ਇਹਨਾਂ ਨੇ ਜਿਹੜੇ ਕਿਸਾਨ ਉੱਥੇ ਬੈਠੇ ਆ ਉਹਨਾਂ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ, ਟੈਰਰਿਸਟ ਕਹਿਣਾ ਸ਼ੁਰੂ ਕਰਤਾ, ਨੈਕਸਲ ਕਹਿਣਾ ਕਰਤਾ, ਖਾਲਿਸਤਾਨੀ ਕਹਿੰਦੇ। ਖਾਲਿਸਤਾਨ ਦਾ ਮਤਲਬ ਕੀ ਸੀ ਕਿ ਇਹਨਾਂ ਕੋਈ ਆ ਇਕੱਲੇ ਸਿੱਖ ਹੈ, ਦੂਜੇ ਨੂੰ ਸਿੱਖ ਤੇ ਹਿੰਦੂ ਵਿੱਚ ਪਾੜਾ ਪਾਉਣ ਕੋਸ਼ਿਸ਼ ਕਰਦੀ। ਤੇ ਮੈਨੂੰ ਦੁੱਖ ਉਦੋਂ ਵੀ ਲੱਗਿਆ ਜਦੋਂ ਮੇਰੇ ਪਾਰਟੀ ਦੇ ਯੂਨਿਟ ਨੇ ਦੱਸਿਆ ਦਿੱਲੀ ਨੇ ਕਿ ਉਹਨਾਂ ਨੇ ਆਪਣੇ ਜਿੰਨੇ ਵੀ ਮੰਡਲ ਹੈ ਉਹਨੂੰ ਇੰਸਟਰਕਸ਼ਨ ਦਿੱਤੀ ਹੈ ਕਿ ਤੁਸੀਂ ਹਿੰਦੂ ਸਿੱਖ ਦੇ ਵਿੱਚ ਵਿਵਾਦ ਪੈਦਾ ਕਰੋ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ, ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 30-35 ਸਾਲ ਦਾ ਰਿਸ਼ਤਾ ਤੋੜਿਆ। ਉਹ ਰਿਸ਼ਤਾ ਜਿਹੜਾ ਇੱਕ ਬੁਨਿਆਦ ਜਿਹਨੇ ਭਾਈਚਾਰਕ ਸਾਂਝ ਦੀ ਬੁਨਿਆਦ ਰੱਖੀ ਸੀ। ਮੇਰੇ ਪਿਤਾ ਬਾਦਲ ਸਾਹਿਬ ਨੇ ਸਾਰੀ ਜ਼ਿੰਦਗੀ ਇੱਕੋ ਹੀ ਉਹਨਾਂ ਦਾ ਅਸੂਲ ਰਿਹਾ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਰਹੇ। ਤੁਹਾਡੇ ਦਿੱਲੀ ਦੇ ਕੈਡਰ ਨੂੰ ਇਹ ਇੰਸਟਰਕਸ਼ਨਸ ਦਿੱਤੀਆਂ ਉਹਨਾਂ ਨੇ? ਬੀਜੇਪੀ ਨੇ ਆਪਣੇ ਕੈਡਰ ਨੂੰ, ਬੀਜੇਪੀ ਨੇ ਆਪਣੇ ਕੈਡਰ ਨੂੰ। ਸੋ ਉਹਨਾਂ ਕਿਉਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਪੁਰਾਣੇ, ਤੇ ਉਹਨਾਂ ਨੇ ਦੱਸਿਆ ਕਿ ਇਹ ਬਹੁਤ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਇਸ ਵੇਲੇ ਇੱਕ ਇੰਟਰਵਿਊ ਦੇ ਵਿੱਚ ਕਿ ਬੀਜੇਪੀ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਇਹਨਾਂ 'ਚ ਰਿਫਟ ਪੈਦਾ ਕਰੋ। ਜਿਹੜੇ ਮੇਰੇ ਜਿਹੜੇ ਹੈ ਕਿ ਮੇਰੇ ਉੱਥੇ ਬੰਦਿਆਂ ਨੇ, ਮੇਰੇ ਕਾਡਰ ਨੇ ਦੱਸਿਆ। ਹੁਣ ਮੈਂ ਤਾਂ ਉਹਨਾਂ ਦੀ ਜੋ ਮੈਨੂੰ ਗੱਲ ਦੱਸੀ ਉਸ ਕਰਕੇ ਮੈਂ ਕਹਿ ਰਿਹਾ। ਪਰ ਜਿਹੜਾ ਹੈਗਾ ਕਿ ਜਿਹੜਾ ਦੇਸ਼ ਮਤਲਬ ਹਿੰਦੁਸਤਾਨ ਇਕੱਲਾ ਇੱਕ ਐਜਾ ਦੇਸ਼ ਹੈ ਜਿਹੜਾ ਪੂਰੇ ਦੁਨੀਆ ਜਿੰਨੇ ਵੀ ਧਰਮ ਆ ਸਾਰੇ ਇੱਥੇ ਰਹਿੰਦੇ। ਇਹ ਯੂਨੀਕ ਨੇਸ਼ਨ ਹੈ। ਕਈ ਮੁਸਲਿਮ ਡੋਮੀਨੇਟਡ ਹੋਣਗੀਆਂ, ਕੋਈ ਕਮੀਆਂ ਕਿਸੇ 'ਚ ਹੋਰ ਹੋਣਗੀਆਂ, ਪਰ ਇੰਡੀਆ ਸਾਰੇ ਧਰਮ ਹੈ। ਸੋ ਇਹ ਸਾਰੇ ਧਰਮਾਂ ਦੇ ਦੇਸ਼ ਹੈ। ਇਹ ਤਾਂ ਹੀ ਇੱਥੇ ਪੀਸਫੁਲ ਰਹੂਗਾ ਜੇ ਸਾਰੇ ਧਰਮਾਂ ਦਾ ਸਤਿਕਾਰ ਹੋਏ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਆਹੀ ਸੋਚ ਰਹੀ, ਨੀਤੀ ਰਹੀ ਹੈ। ਤੁਸੀਂ ਦੇਖਿਆ ਹੋਣਾ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚੱਲਦੇ ਸੀ, ਤਾਂ ਹੀ ਪੰਜਾਬ 'ਚ ਪੀਸ ਰਿਹਾ। ਸੋ ਜਿਹੜਾ ਉਹਨਾਂ ਨੇ ਕਿਸਾਨ ਐਜੀਟੇਸ਼ਨ ਨੂੰ ਦੂਜਾ ਮੋੜ ਦੇਣ ਦੀ ਕੋਸ਼ਿਸ਼ ਕੀਤੀ, ਇਸ ਕਰਕੇ ਫਿਰ ਮੈਂ ਕਿਹਾ ਤੁਸੀਂ ਲੋਕਾਂ ਨੂੰ ਤਾਂ ਟੁਕੜੇ ਟੁਕੜੇ ਕਹਿ ਦਿੰਦੇ ਹੋ, ਘੱਟ ਤੋਂ ਘੱਟ ਤੁਸੀਂ ਤਾਂ ਬੰਦ ਕਰੋ ਟੁਕੜੇ ਟੁਕੜੇ ਕਰਨੇ। ਔਰ ਹੁਣ ਜਿਹੜਾ ਇਹ ਐਜੀਟੇਸ਼ਨ ਚੱਲ ਰਿਹਾ, ਇੱਕ ਤਾਂ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਵੀ ਕੋਈ ਟੈਰਰਿਸਟ ਕਹਿੰਦਾ ਸੀ, ਕੋਈ ਮਾਓਵਾਦੀ ਕਹਿੰਦਾ, ਪਰ ਉਹ ਆਪਣੇ ਤਰੀਕੇ ਨਾਲ ਇਸ ਐਜੀਟੇਸ਼ਨ ਨੂੰ ਅੱਗੇ ਵਧਾ ਰਹੇ ਹੈ। ਕੁਝ ਗੱਲਾਂ ਹੋਰ ਵੀ ਨਿਕਲ ਕੇ ਆਈਆਂ, ਜਿਵੇਂ ਜਿਹੜੇ ਵੀ ਕਿਸਾਨ ਉੱਥੇ ਬੈਠੇ ਨੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸਾਡੀ ਗੱਲ ਸੈਂਟਰ ਸੁਣੇਗਾ, ਪਰ ਉਧਰਲੇ ਪਾਸਿਓਂ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਆਉਂਦਾ ਔਰ ਕਿਤੇ ਨਾ ਕਿਤੇ ਕੋਸ਼ਿਸ਼ ਇਸ ਨੂੰ ਲਟਕਾਉਣ ਦੀ ਹੋ ਰਹੀ ਹੈ। ਆ ਜਿਹੜੀਆਂ ਜਾਣ ਕੇ ਪਹਿਲੇ ਤਾਂ ਤੁਸੀਂ ਦੇਖਿਆ ਹੋਣਾ 6-7 ਦਿਨਾਂ ਦੇ ਲਗਾਤਾਰ ਕਰ ਰਹੇ ਹੈ ਕਿ ਅਸੀਂ ਤਾਂ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਸੈਂਟਰ ਗੱਲ ਕਰਨਾ ਚਾਹੁੰਦੇ। ਪਰਪਸ ਉਹਨਾਂ ਦਾ ਗੱਲ ਕਰਨਾ ਨਹੀਂ, ਪਬਲਿਕਲੀ ਦਿਖਾਉਣਾ, ਨੈਸ਼ਨਲੀ ਦਿਖਾਉਣਾ ਕਿ ਜੀ ਅਸੀਂ ਗੱਲ ਕਰਨਾ ਚਾਹੁੰਦੇ, ਕਿਸਾਨ ਨਹੀਂ ਆਉਣਾ ਚਾਹੁੰਦੇ। ਜਦੋਂ ਮੀਟਿੰਗ ਤੇ ਆਉਣਗੇ ਜਵਾਬ ਉਹਨਾਂ ਦਾ ਉੱਥੇ ਮੀਟਿੰਗ 'ਚ ਕੋਈ ਹੁੰਦਾ ਕਿ ਅਸੀਂ ਵਾਪਸ ਨਹੀਂ ਕਰਨਾ। ਜੇ ਤੁਸੀਂ ਵਾਪਸ ਨਹੀਂ ਕਰਨਾ ਤੇ ਫਿਰ ਬਾਰ-ਬਾਰ ਮੀਟਿੰਗ ਕਿਉਂ ਸੱਦਦੇ ਹੋ? ਕਿਸਾਨਾਂ ਨੇ ਤੇ ਜਥੇਬੰਦੀਆਂ ਨੇ, ਸਾਰੇ ਕਿਸਾਨ ਜਿਹੜੇ ਬੈਠੇ ਉਹਨਾਂ ਦੀ ਇੱਕੋ ਹੀ ਮੰਗ ਹੈ, ਤੁਸੀਂ ਇਕੱਲਾ ਇੱਕ ਬਿਆਨ ਦੇ ਦਿਓ ਕਿ ਅਸੀਂ ਇਹ ਕਾਨੂੰਨ ਵਾਪਸ ਲਿੱਤੇ ਤੇ ਐਜੀਟੇਸ਼ਨ ਖਤਮ। ਜੇ ਤੁਸੀਂ 99.9% ਕਾਨੂੰਨ ਦੇ ਵਿੱਚ ਜਿਹੜੇ ਚੀਜ਼ਾਂ ਬਣਨ ਨੂੰ ਤਿਆਰ ਹੋ ਤੇ ਫਿਰ 100% 1% ਵਾਪਸ ਕਿਉਂ ਲੈਂਦੇ? ਆ ਹਿੰਦੁਸਤਾਨ ਕੋਈ ਡਿਕਟੇਟਰਸ਼ਿਪ ਹੈ ਕਿ ਜਿਹਦਾ ਪ੍ਰਧਾਨ ਮੰਤਰੀ ਹੈ ਜੋ ਕਹਿ ਦੇ ਇਹਦਾ ਮਤਲਬ ਕੋਈ ਵਾਪਸ ਨਹੀਂ ਹੋ ਸਕਦਾ? ਦੇਸ਼ ਦਾ ਪ੍ਰਧਾਨ ਮੰਤਰੀ ਉਹ ਹੋਣਾ ਚਾਹੀਦਾ ਜਿਹੜੀ ਦੇਸ਼ ਦੀ ਜਨਤਾ ਦੀ ਭਾਵਨਾ ਸਮਝੇ। ਜੇ ਕੋਈ ਵਾਪਸ ਲੈਣਾ ਪਏ, ਕੋਈ ਉਹਦੀ
ਹੱਦ ਤੱਕ ਨਹੀਂ ਹੁੰਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ। ਮੈਂ ਕਹਿੰਦਾ ਜੇ ਵਾਪਸ ਲੈਣ ਤੇ ਉਹਦੀ ਸ਼ਾਬਾਸ਼ੀ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਚਲੋ ਸਹੀ ਦੇਖ ਕੇ ਫੈਸਲਾ ਲੈ ਲਿਆ, ਵਾਪਸ ਲੈ ਲਿਆ, ਫਿਰ ਕੀ ਵੱਡੀ ਗੱਲ ਹੈ। ਜੇ ਪਰ ਤੁਸੀਂ ਜੇ ਇਸ਼ੂ ਹੀ ਬਣਾ ਦੇਣਾ, ਪ੍ਰਸਟੀਜ ਬਣਾਉਣੀ ਹੈ ਕਿ ਨਹੀਂ ਮੈਂ ਹੁਣ ਵਾਪਸ ਨਹੀਂ ਲੈਣਾ, ਜਿਹੜੀ ਮੈਂ ਨਾ ਜਿੰਨਾ ਤੱਕ ਮੈਂ ਨਹੀਂ ਜਾਂਦੀ ਉਦੋਂ ਤੱਕ ਇਹਦਾ ਹੱਲ ਨਹੀਂ ਹੋ ਸਕਦਾ। ਅੱਛਾ ਸੁਖਬੀਰ ਜੀ, ਸਿਆਸੀ ਪਾਰਟੀਆਂ ਬਾਰੇ ਮੇਰਾ ਸਵਾਲ ਇਹ ਹੈ ਕਿ ਪੰਜਾਬ ਦੀਆਂ, ਜੇ ਮੈਂ ਪੋਲੀਟੀਕਲ ਪਾਰਟੀਆਂ ਦੀ, ਮੈਂ ਸਿਰਫ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ, ਸਾਰੀਆਂ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਬੀਜੇਪੀ, ਸਾਰੀਆਂ ਨੂੰ ਕਿਸਾਨ ਅੰਦੋਲਨ ਤੋਂ ਪਾਸੇ ਰੱਖਿਆ ਗਿਆ ਔਰ ਕਿਸਾਨ ਕਹਿ ਰਹੇ ਆ ਕਿ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਅੰਦਰ ਆਉਣ ਨਹੀਂ ਦੇਣਾ ਕਿਉਂਕਿ ਉਹਦੇ ਨਾਲ ਸਾਨੂੰ ਖਤਰਾ ਹੈ ਕਿ ਕਿਤੇ ਨਾ ਕਿਤੇ ਅੰਦੋਲਨ ਢੀਰ। ਸੋ ਤੁਸੀਂ ਇਸ ਨੂੰ ਕਿਸ ਲਿਹਾਜ਼ ਨਾਲ ਦੇਖਦੇ ਹੋ, ਜਾਂ ਜੇ ਤੁਸੀਂ ਬਾਹਰ ਰਹਿ ਕੇ ਇਸ ਅੰਦੋਲਨ ਦੇ ਵਿੱਚ ਕੋਈ ਸਹਿਯੋਗ ਕਰਨ ਦਾ ਸੋਚ ਰਹੇ ਹੋ ਜਾਂ ਕਰ ਰਹੇ ਹੋ, ਉਹ ਕਿਸ ਲਿਹਾਜ਼ ਨਾਲ ਕਰ ਰਹੇ ਹੋ? ਸੀ ਆ ਜਿਹੜੀ ਗੱਲ ਹੈ ਨਾ ਕਿ ਕਿਸਾਨ ਕਹਿ ਰਹੇ ਆ ਜਾਂ ਕਿਸਾਨ ਜਥੇਬੰਦੀ, ਆ ਇੱਕ ਬਹੁਤ ਵਧੀਆ ਸੋਚ ਨਾਲ ਇਹਨਾਂ ਨੇ ਸਾਰਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਜੇ ਪੋਲਿਟਿਕਸ ਆ ਜਾਂਦੀ ਇਹਦੇ 'ਚ ਤੇ ਫਿਰ ਬੀਜੇਪੀ ਨੇ ਹੋਰ ਐਂਗਲ ਲੈ ਲੈਣਾ ਸੀ ਕਿ ਆ ਤਾਂ ਜੀ ਕਾਂਗਰਸ ਦਾ ਉੱਥੇ ਹੁਣ ਵੀ ਲੈ ਰਹੇ ਆ ਉੱਥੇ ਕਾਂਗਰਸ ਦਾ ਧਰਨਾ ਹੈ ਜਾਂ ਕੋਈ ਇਹਦਾ ਅਕਾਲੀਆਂ ਦਾ ਧਰਨਾ ਹੈ ਜਾਂ ਕੋਈ ਆਪ ਆਦਮੀ ਧਰਨਾ ਹੈ। ਆ ਜਿਹੜਾ ਇਕੱਲੀ ਕਿਸਾਨੀ ਦਾ ਸ਼ੋਅ ਹੋ ਗਿਆ, ਇੱਕ ਬਹੁਤ ਵੱਡਾ ਫਾਇਦਾ ਹੈ। ਤੇ ਨਾਲੇ ਇੱਕ ਹੋਰ ਵੱਡੀ ਗੱਲ ਹੈ ਕਿ ਆ ਜਿਹੜਾ ਐਜੀਟੇਸ਼ਨ ਹੈ, ਆ ਸਾਰਿਆਂ ਦੀ ਸਾਂਝੀ ਐਜੀਟੇਸ਼ਨ ਹੈ। ਡੇਲੀ ਹਜ਼ਾਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉੱਥੇ ਹਿੱਸਾ ਲੈ ਰਹੇ ਆ। ਮੈਂ ਆਪਣੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਰਿਆਂ ਨੂੰ ਇੰਸਟਰਕਸ਼ਨ ਦਿੱਤੀ ਹੈ ਕਿ ਹਰ ਕਿਸਮ ਦੀ ਸਹੂਲਤ ਦਿੱਤੀ ਜਾਏ, ਹਰ ਵਰਕਰ ਨੂੰ ਕਹੋ ਉੱਥੇ ਜਾ ਕੇ ਜ਼ਰੂਰ ਹਿੱਸਾ ਲੈਣ। ਸਾਡੇ ਪਿੰਡਾਂ ਦੇ ਬਿਨਾਂ ਪਾਰਟੀ ਦੇ ਝੰਡੇ ਉੱਥੇ ਕਿਸਾਨੀ, ਆਪਾਂ ਸਾਰੇ ਕਿਸਾਨ ਇਕੱਠੇ ਹੋਏ ਆ। ਪਾਰਟੀ ਦਾ ਕੋਈ ਝੰਡਾ ਲਾਉਣ ਨਾਲ ਕੋਈ ਵੱਡਾ ਨਹੀਂ ਬਣ ਜਾਂਦਾ। ਤੇ ਆਪਾਂ ਜਿਸ ਤਰੀਕੇ ਨਾਲ ਸੁਖਬੀਰ ਜੀ ਵਿਰੋਧ ਲੀਡਰਾਂ ਦੇ, ਬੀਜੇਪੀ ਵਾਲੇ ਕਹਿੰਦੇ ਸਾਡਾ ਵਿਰੋਧ ਹੋ ਰਿਹਾ, ਤੁਸੀਂ ਫਤਿਹਗੜ੍ਹ ਸਾਹਿਬ ਗਏ, ਤੁਹਾਡਾ ਉੱਥੇ ਕਾਲੀਆਂ ਝੰਡੀਆਂ ਦਿਖਾਈਆਂ, ਕੱਲ ਵਿਰੋਧ ਹੋਇਆ। ਜਿਹੜਾ ਕੱਲ ਕੀਤਾ, ਮੈਂ ਤੁਹਾਨੂੰ ਦੱਸਣਾ ਚਾਹਣਾ, ਪਹਿਲੀ ਗੱਲ ਮੈਨੂੰ ਜਦੋਂ ਤੱਕ ਮੈਂ ਫਤਿਹਗੜ੍ਹ ਸਾਹਿਬ ਸੀ ਉਦੋਂ ਤੱਕ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ। ਜਦੋਂ ਮੈਂ ਚਲਾ ਗਿਆ ਉਹਦੇ ਬਾਅਦ ਮੈਨੂੰ ਪਤਾ ਲੱਗਿਆ, ਮੈਨੂੰ ਸ਼ਾਮ ਨੂੰ ਦੱਸਿਆ ਕਿ ਇੱਥੇ ਲੜਾਈ ਨਾਅਰੇਬਾਜ਼ੀ ਹੋਈ ਸੀ। ਫਿਰ ਮੈਂ ਪਤਾ ਕਰਾਇਆ ਕੌਣ ਸੀ। ਆ ਸਾਰਾ ਕਾਂਗਰਸ ਦੇ ਉੱਥੇ ਜਿਹੜੇ ਲੀਡਰ ਸੀ, ਆ ਕਾਂਗਰਸ ਪਾਰਟੀ ਨੇ ਕਰਾਇਆ ਸੀ। ਆ ਕਾਂਗਰਸ ਦੇ ਅਹੁਦੇਦਾਰ ਹੈ ਜਿਨ੍ਹਾਂ ਨੇ ਉੱਥੇ ਲੜਾਈ ਝਗੜਾ ਕੀਤਾ ਸਾਡੇ ਨਾਲ। ਮੈਨੂੰ ਤਾਂ ਬੜੀ ਹੈਰਾਨੀ ਆਉਂਦੀ ਹੈ, ਗੁਰੂ ਘਰ 'ਚ ਕੋਈ ਮਰਜ਼ੀ ਜਾ ਸਕਦਾ, ਤੁਸੀਂ ਗੁਰੂ ਘਰ ਦੀ ਮਰਿਆਦਾ ਭੰਗ ਕਰੋ, ਗੁਰੂ ਘਰ ਦੇ ਅੰਦਰ ਤੁਸੀਂ ਨਾਅਰੇਬਾਜ਼ੀ ਕਰੋ, ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਅੱਛਾ ਸੁਖਬੀਰ ਜੀ, ਜਿਵੇਂ ਇਹ ਪੂਰਾ ਐਜੀਟੇਸ਼ਨ ਚੱਲ ਰਿਹਾ ਹੈ, ਇੱਕ ਬੜਾ ਸ਼ਾਂਤਮਈ ਤਰੀਕੇ ਨਾਲ ਪੂਰਾ ਐਜੀਟੇਸ਼ਨ ਚੱਲਿਆ ਔਰ ਹਰ ਕੋਈ ਕਿਸਾਨ ਜਥੇਬੰਦੀਆਂ ਵੀ ਅਪੀਲ ਕਰਦੀਆਂ ਕਿ ਇਹ ਇਸੇ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ, ਤਾਂ ਹੀ ਇਸ ਦੀ ਰੈਲੇਵੈਂਸ ਜਿਹੜੀ ਆ ਉਹ ਦਿਨੋਂ ਦਿਨ ਵੱਧਦੀ ਜਾਏਗੀ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਐਕਟੀਵਿਟੀਜ਼ ਹੋਈਆਂ, ਜਿਵੇਂ ਕੋਈ ਮੋਬਾਈਲ ਟਾਵਰਸ ਦੇ ਨਾਲ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਖਤ ਚੇਤਾਵਨੀ ਦਿੱਤੀ ਕਿ ਅਸੀਂ ਕਈ ਬੰਦਿਆਂ ਤੇ ਐਕਸ਼ਨ ਲਵਾਂਗੇ। ਤੁਸੀਂ ਇਸ ਪੂਰੀ ਐਕਟੀਵਿਟੀ ਨੂੰ ਕਿਵੇਂ ਦੇਖਦੇ ਹੋ? ਮੈਂ ਆਹੀ ਕਹਿਣਾ ਚਾਹਣਾ ਕਿ ਆਪਾਂ ਨੂੰ ਕਈ ਲੋਕ ਐਜੀਟੇਸ਼ਨ 'ਚ ਵੜ ਜਾਂਦੇ ਹੈ, ਜਿਹੜਾ ਫਿਰ ਐਜੀਟੇਸ਼ਨ ਦੀ ਰੈਪੂਟੇਸ਼ਨ ਖਰਾਬ ਕਰਨ ਲੱਗ ਜਾਂਦੇ। ਕਿਸੇ ਚੀਜ਼ ਕੋਈ ਵੀ ਹੋਏ, ਕਿਸੇ ਦੀ ਪ੍ਰਾਪਰਟੀ ਡਿਸਟਰੋਏ ਕਰਨੀ ਜਾਂ ਕਿਸੇ ਤੇ ਨੁਕਸਾਨ ਜਾਨ ਦਾ ਕਰਨਾ, ਹਮਲਾ ਕਰਨਾ, ਲੜਾਈ ਕਰਨਾ, ਆ ਗਲਤ ਕੰਮ ਹੈ। ਉਦੋਂ ਉਹ ਕਰਾਉਂਦੇ ਲੋਕ ਜਿਹੜੇ ਜਾਣ ਕੇ ਐਜੀਟੇਸ਼ਨ ਨੂੰ ਖਤਮ ਕਰਨਾ ਚਾਹੁੰਦੇ ਆ। ਸੋ ਐਜੀਆਂ ਚੱਲਣਾ ਨਹੀਂ ਹੋਣਾ ਚਾਹੀਦੀ। ਜਿਵੇਂ ਜਿਸ ਤਰੀਕੇ ਨਾਲ ਪੀਸਫੁਲੀ ਐਜੀਟੇਸ਼ਨ ਚੱਲ ਰਿਹਾ ਹੈ, ਅੱਜ ਐਜੀਟੇਸ਼ਨ ਦਾ ਸਕਸੈਸ ਹੀ ਆ ਕਾਰਨ ਹੈ ਕਿ ਬੜੇ ਪੀਸਫੁਲੀ ਚੱਲ ਰਿਹਾ ਹੈ ਜੀ। ਆਰਾਮ ਨਾਲ ਤੁਸੀਂ ਦੇਖੋਗੇ ਜਿਹੜੇ ਮੇਰੇ ਲੋਕ ਉੱਥੇ ਜਾ ਕੇ ਆਉਂਦੇ, ਜਿਹੜੇ ਨਾਲ ਦੇ ਇਲਾਕਿਆਂ ਦੇ ਲੋਕ ਹੈ ਉਹ ਬੜੇ ਖੁਸ਼ ਹੈ। ਨਹੀਂ ਤਾਂ ਜਿੱਥੇ ਐਜੀਟੇਸ਼ਨ ਹੋਏ ਗਾਂਢੀ ਗਵਾਂਢੀ ਸਾਰੇ ਦੁਖੀ ਹੋ ਜਾਂਦੇ ਹੈ, ਪਰ ਉਹ ਗਾਂਢੀ ਗਵਾਂਢੀ ਇੰਨੇ ਖੁਸ਼ ਹੈ ਕਿ ਉਹ ਕਹਿੰਦੇ ਜੀ ਬੜੀ ਡਿਸਪਲਿਨਡ ਹੈ ਲੋਕ ਉੱਥੇ, ਸਾਨੂੰ ਪੂਰਾ ਕੋਈ। ਅੱਛਾ, ਜਿਸ ਮੈਂ ਤੁਸੀਂ ਜਿਹੜੀ ਇਹ ਗੱਲ ਕੀਤੀ, ਜਿਸ ਤਰੀਕੇ ਦੀ ਚਰਚਾ ਹੋ ਰਹੀ ਹੈ ਇਸ ਅੰਦੋਲਨ ਨੂੰ ਲੈ ਕੇ ਕਿ ਬੜੇ ਵਧੀਆ ਤਰੀਕੇ ਨਾਲ ਤੁਹਾਡੇ ਕੋਲੇ ਸਾਰੀਆਂ ਰਿਪੋਰਟਾਂ ਆਉਂਦੀਆਂ ਹੋਣਗੀਆਂ, ਜਦੋਂ ਤੁਹਾਡੀ ਸਰਕਾਰ ਸੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਇਸ ਗੱਲ ਦੀ ਹੋਈ ਸੀ ਕਿ 70% ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇੜੀ ਹੈ, ਔਰ ਹੁਣ ਹਰ ਕੋਈ ਇਹ ਗੱਲ ਕਰਦਾ ਵੀ ਉਹ ਦਾਗ ਧੋਤਾ ਗਿਆ। ਆ ਜਿਹੜੀ ਬਦਨਾਮ ਕੀਤਾ ਸੀ, ਉਦੋਂ ਵੀ ਮੈਂ ਕਿਹਾ ਸੀ ਕਿ ਬਦਨਾਮ ਕੀਤਾ ਸੀ ਕਾਂਗਰਸ ਨੇ, ਰਾਹੁਲ ਗਾਂਧੀ ਨੇ ਬਦਨਾਮ ਕੀਤਾ ਸੀ ਪੰਜਾਬ ਨੂੰ, ਤੇ ਉਹਦੇ ਬਾਅਦ ਮੀਡੀਆ ਨੇ ਚੱਕ ਕੇ ਉਹਨੂੰ ਪੂਰੇ ਪੰਜਾਬ ਦੇ ਨੌਜਵਾਨੀ ਨੂੰ 70% ਕਰਤਾ। ਹੁਣ ਮੈਂ ਪੁੱਛਣਾ ਚਾਹਣਾ ਹੈ ਕਿ ਉਹੀ 70% ਹੈ ਜਿਨ੍ਹਾਂ ਨੇ ਸਾਰੇ ਬੈਰੀਅਰ ਤੋੜੇ, ਉਹੀ 70% ਹੈ ਜਿਹੜੇ ਲੱਖਾਂ ਦੇ ਉੱਥੇ ਬੈਠੇ ਹੈ, ਜੇ ਤੁਸੀਂ ਕਹਿੰਦੇ ਹੋ ਇੰਨਾ ਝੂਠ। ਮੈਂ ਕਹਿੰਦਾ ਸਭ ਤੋਂ ਵੱਡਾ ਨੁਕਸਾਨ ਜੇ ਪੰਜਾਬ ਤੇ ਆਪਣੀ ਕੌਮ ਦਾ ਕੀਤਾ, ਕਾਂਗਰਸ ਨੇ ਕੀਤਾ। ਪਹਿਲੇ ਤਾਂ ਦਰਬਾਰ ਸਾਹਿਬ ਦਾ ਹਮਲਾ ਕੀਤਾ, ਫਿਰ ਤੁਹਾਨੂੰ ਪਤਾ 84 ਦਾ ਕੀਤਾ,
ਤੇ ਤੀਜਾ ਜਿਹੜਾ ਸਭ ਤੋਂ ਵੱਡਾ ਹਮਲਾ ਮੈਂ ਕਹਿੰਦਾ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਪੂਰੇ ਦੇਸ਼ ਵਿੱਚ ਤੇ ਦੁਨੀਆ 'ਚ। ਮੈਂ ਇਹਨੂੰ ਯਾਦ ਹੈ ਜਦੋਂ ਮੈਂ ਡਿਪਟੀ ਚੀਫ ਮਿਨਿਸਟਰ ਸੀ, ਮੈਂ ਬੰਬੇ ਗਿਆ ਕਿ ਇੱਕ ਇੰਡਸਟਰੀ ਨਾਲ ਮੈਂ ਉਹਨੂੰ ਬੇਨਤੀ ਕਰਨ ਗਿਆ ਕਿ ਤੁਸੀਂ ਇੱਥੇ ਇਨਵੈਸਟ ਕਰੋ। ਉਹ ਵੱਡਾ ਇੰਡਸਟਰੀਅਲਿਸਟ ਮੈਨੂੰ ਪੁੱਛਣ ਲੱਗਿਆ ਜੀ ਕਿ ਮੈਂ ਇੰਡਸਟਰੀ ਤਾਂ ਲਾ ਲੂੰਗਾ ਪੰਜਾਬ 'ਚ, ਪਰ ਮੈਨੂੰ ਲੇਬਰ ਮਿਲ ਜੂਗੀ? ਮੈਂ ਕਿਹਾ ਕਿਉਂ, ਲੇਬਰ ਦੀ ਕੀ ਪ੍ਰੋਬਲਮ ਹੈ? ਕਹਿੰਦਾ ਮੈਂ ਅਖਬਾਰ ਪੜ੍ਹਿਆ ਕਿ 70% ਤੁਹਾਡੇ ਨੌਜਵਾਨ ਡਰੱਗਸ ਲੈਂਦੇ ਆ। ਦੇਖੋ ਇੰਨਾ ਬਦਨਾਮ ਕਾਂਗਰਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਕੀਤਾ। ਤੇ ਮੈਂ ਹੁਣ ਪੁੱਛਣਾ ਚਾਹੁੰਦਾ ਪੰਜਾਬ ਦੇ ਰਾਹੁਲ ਗਾਂਧੀ ਨੂੰ ਕਿ ਉਹ ਜਿਹੜੇ ਬੈਠੇ ਲੋਕ ਦੱਸੋ ਕਿਹੜੇ ਨਸ਼ਾ ਲੈਂਦੇ ਆ? ਐਵੇਂ ਝੂਠ ਬੋਲ ਕੇ ਬਦਨਾਮ ਕਰਨਾ ਬਹੁਤ ਵੱਡਾ ਪਾਪ ਇਹਨਾਂ ਨੇ। ਆਉਣ ਵਾਲੇ ਸਮੇਂ 'ਚ ਸਿਆਸੀ ਪ੍ਰਭਾਵ ਦੇਖਦੇ ਹੋ ਇਸ ਅੰਦੋਲਨ ਦੇ? ਸੀ ਅੱਗੇ ਕੀ ਹੋਣਾ ਹੈ ਪਰਮਾਤਮਾ ਨੂੰ ਪਤਾ ਹੈ, ਪਰ ਜੋ ਅੰਦੋਲਨ ਇੱਕ ਗੱਲ ਫਾਇਦਾ ਹੋਈ ਕਿ ਪੰਜਾਬੀ ਜੇ ਕੋਈ ਕੰਮ ਕਰਨ ਲੱਗ ਜਾਣ, ਮਨ ਬਣਾ ਲੈਣ ਤੇ ਇਕੱਠੇ ਹੋ ਕੇ ਕਰ ਸਕਦੇ। ਆ ਜਿਹੜੀ ਮੂਵਮੈਂਟ ਜਿਹੜੀ ਹੈ, ਆ ਹੁਣ ਕਿਸਾਨੀ ਦੀ ਮੂਵਮੈਂਟ ਨਹੀਂ ਰਹੀ, ਆ ਮੂਵਮੈਂਟ ਸਾਰੀ ਜਨਤਾ ਦੀ ਬਣ ਗਈ। ਨਹੀਂ, ਪਰ ਤੁਹਾਨੂੰ ਨਹੀਂ ਲੱਗਦਾ, ਮੇਰਾ ਸਵਾਲ ਪੁੱਛਣ ਦਾ ਭਾਵ ਇਹ ਹੈ ਕਿ ਜਿਵੇਂ ਤੁਹਾਡੀ ਪਾਰਟੀ ਹੈ ਅਕਾਲੀ ਦਲ, ਜਾਂ ਪਹਿਲਾਂ ਤੁਹਾਡੇ ਤੋਂ ਲੋਕ ਸਵਾਲ ਕਰਦੇ ਆ ਵੀ ਤੁਸੀਂ ਪਹਿਲਾਂ ਉਹਨਾਂ ਦੇ ਨਾਲ ਸੀ, ਸਟੈਂਡ ਲਿਆ ਸੀ, ਹੁਣ ਤੁਸੀਂ ਉਹਨਾਂ ਨਾਲੋਂ ਪਾਰਟੀ ਨਾਲੋਂ ਗੱਠਜੋੜ ਤੋੜ ਲਿਆ, ਤੇ ਹੁਣ ਇਸ ਦੀ ਵਜ੍ਹਾ ਕੀ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਕੈਡਰ ਦੇ ਵਿੱਚ ਵੀ ਇਸ ਦਾ ਮੈਸੇਜ ਜਾਂ ਤੁਹਾਡੇ ਕੈਡਰ ਨੂੰ ਫਰਕ ਪਏਗਾ ਉਹਨਾਂ ਦੇ ਟਾਈਮ? ਪਹਿਲੇ ਵੀ ਤੁਹਾਨੂੰ ਤੁਹਾਡੀ ਇੰਟਰਵਿਊ 'ਚ ਪਹਿਲੇ ਵੀ ਕਿਹਾ ਤੇ ਅਸੀਂ ਪਬਲਿਕ ਵੀ ਲਿਖਿਆ ਹੈ, ਅਸੀਂ ਜੋ ਪਹਿਲੇ ਜਿਹੜਾ ਅਸੀਂ ਸਟੈਂਡ ਲਿੱਤਾ ਸੀ ਉਹ ਸਟੈਂਡ ਨਹੀਂ ਸੀ। ਸਾਨੂੰ ਵਿਸ਼ਵਾਸ ਦਿੱਤਾ ਗਿਆ ਸੀ ਕੈਬਨਿਟ ਦੇ ਵਿੱਚ, ਜਦੋਂ ਹਰਸਿਮਰਤ ਕੌਰ ਨੇ ਉੱਥੇ ਪ੍ਰੋਟੈਸਟ ਕੀਤਾ ਕਿ ਇਹ ਕਾਨੂੰਨ ਤੁਸੀਂ ਪਹਿਲੇ ਇਹਦੀ ਲੋਕਾਂ ਨੂੰ ਪੁੱਛ ਲਓ ਇਹਦੇ ਬਾਰੇ ਇੰਪਲੀਮੈਂਟ ਕਰਨ ਤੋਂ ਪਹਿਲੇ। ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜੋ ਕਹੋਗੇ ਅਸੀਂ, ਜਿਵੇਂ ਹੁਣ ਕਿਸਾਨ ਨੂੰ ਨਹੀਂ ਕਹੀ ਜਾਂਦੇ ਜਥੇਬੰਦੀਆਂ ਨੂੰ, ਜੋ ਕਹੋਗੇ ਅਸੀਂ ਕਰ ਦਾਂਗੇ। ਜੇ ਅੱਜ ਕਿਸਾਨ ਦੇ ਜਥੇਬੰਦੀਆਂ ਵੀ ਉੱਥੇ ਜਾ ਰਹੀਆਂ ਗੱਲ ਕਰਨ ਨੂੰ, ਉਵੇਂ ਸਾਨੂੰ ਕਿਹਾ ਸੀ। ਸਾਨੂੰ ਆਹ ਵੀ ਕਿਹਾ ਸੀ ਕਿ ਤੁਸੀਂ ਕਿਸਾਨ ਆਪਣੇ ਜਾਓ ਪੰਜਾਬ 'ਚ, ਪੁੱਛ ਲਓ ਉਹਨਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਅਸੀਂ ਐਡ ਕਰ ਦਾਂਗੇ। ਅਸੀਂ ਤਾਂ ਉਹਨਾਂ ਦੇ ਭਰੋਸੇ 'ਚ ਹੀ ਅਸੀਂ ਉਹਨਾਂ ਦੀ ਜਿਹੜੀ ਭਾਵਨਾ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਕੋਲ ਲੈ ਕੇ ਜਾਂਦੇ ਸੀ। ਜਿਸ ਦਿਨ ਉਹਨਾਂ ਨੇ ਸਾਡਾ ਭਰੋਸਾ ਤੋੜਿਆ, ਅਸੀਂ 1 ਮਿੰਟ ਨਹੀਂ ਲਾਇਆ ਸੀ, ਉਹਨਾਂ ਨੂੰ ਛੱਡ ਦਿੱਤਾ। ਤੁਸੀਂ ਦੇਖ ਲਓ 35 ਸਾਲ ਦਾ ਰਿਸ਼ਤਾ 1 ਮਿੰਟ ਛੱਡਣਾ, ਦੇਖ ਲਓ ਕਿੰਨੀ ਵੱਡੀ ਗੱਲ ਹੁੰਦੀ ਹੈ। ਅਸੀਂ ਕੀਤਾ। ਸੋ ਸ਼ੁਰੂ ਤੋਂ ਹੀ ਅਸੀਂ ਬੜੀ ਕਲੀਅਰ ਸੀ ਕਿ ਅਸੀਂ ਅਸੂਲਾਂ ਦੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਅਸੂਲਾਂ ਦੀ ਪਾਰਟੀ ਹੈ। ਜੇ ਅਸੀਂ ਕੱਲੇ ਸੱਤਾ ਵਾਸਤੇ ਲੜਾਈ ਲੜਦੇ ਹੁੰਦੇ ਤਾਂ ਬਾਦਲ ਸਾਹਿਬ ਤੇ ਸਾਡੀ ਲੀਡਰਸ਼ਿਪ ਨੇ 16 ਸਾਲ ਜੇਲ੍ਹਾਂ ਨਹੀਂ ਕੱਟੀਆਂ। ਕੈਪਟਨ ਅਮਰਿੰਦਰ ਕਹਿੰਦੇ ਅਕਾਲੀ ਦਲ ਡਰਾਮੇਬਾਜ਼ੀ ਕਰਦਾ ਹੈ, ਅਰਵਿੰਦ ਕੇਜਰੀਵਾਲ ਕਹਿੰਦੇ ਅਕਾਲੀ ਦਲ ਡਰਾਮੇਬਾਜ਼ੀ ਕਰਦਾ ਹੈ। ਐਕਚੁਅਲੀ ਨਾ ਮੈਂ ਇਹ ਸਾਰਾ ਐਪੀਸੋਡ ਮੈਂ ਦੇਖ ਰਿਹਾ ਤੇ ਮੈਂ ਦੇਖਿਆ ਕਿ ਸਭ ਤੋਂ ਵੱਡਾ ਡਰਾਮੇਬਾਜ਼ ਕੈਪਟਨ ਅਮਰਿੰਦਰ ਸਿੰਘ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਪੱਤਰ 'ਚ ਆ ਤਿੰਨੇ ਕਾਨੂੰਨ ਦਾ ਜ਼ਿਕਰ ਕੀਤਾ ਸੀ ਜਦੋਂ 2017 ਚ ਇਲੈਕਸ਼ਨ ਲੜਿਆ ਕਿ ਮੈਂ ਤਿੰਨੇ ਕਾਨੂੰਨ ਲਾਗੂ ਕਰੂੰਗਾ। ਤੁਸੀਂ ਚੋਣ ਪੱਤਰ ਪੜ੍ਹ ਲਓ ਉਹਨਾਂ ਦਾ। ਸਾਡਾ ਦਿਨੋਂ ਦੇ ਖਿਲਾਫ ਹੈ। ਨਹੀਂ, ਇਹ ਚੋਣ ਪੱਤਰ 'ਚ ਲਿਖਿਆ ਕਿ ਉਹਨਾਂ ਨੇ, ਤੇ ਫਿਰ ਉਹਨਾਂ ਦੀ ਕੈਬਨਿਟ 'ਚ ਪਾਸ ਕਰਕੇ ਅੱਜ ਪੰਜਾਬ ਦੀ ਅਸੈਂਬਲੀ 'ਚ ਕਿਉਂ ਪਾਸ ਕੀਤਾ ਉਹਨਾਂ ਨੇ? ਉੱਥੇ ਕੀਤਾ। ਫਿਰ ਉਹਨਾਂ ਨੇ ਜਿਹੜਾ ਇੱਥੇ ਜੋ ਕਹਿੰਦਾ ਸੀ ਮੈਂ ਹੁਣ ਰੱਦ ਕਰੂੰਗਾ, ਰੱਦ ਵੀ ਨਹੀਂ ਕੀਤਾ ਇਹਨਾਂ ਨੇ ਅਸੈਂਬਲੀ 'ਚ। ਤੇ ਜਿਹੜਾ ਕਹਿੰਦਾ ਸੀ ਸੈਂਟਰ ਦਾ ਕਾਨੂੰਨ ਅਸੀਂ ਅਸੈਂਬਲੀ ਲਿਆ ਕੇ ਅਸੀਂ ਰੈਜ਼ੋਲੂਸ਼ਨ ਪਾਸ ਕਰੂੰਗਾ, ਅਸੈਂਬਲੀ ਦੀ ਰੈਜ਼ੋਲੂਸ਼ਨ ਤਾਂ ਪਾਸ ਕਰ ਲਈ, ਪਰ ਰੈਜ਼ੋਲੂਸ਼ਨ ਭੇਜੀ ਸੈਂਟਰ ਨੂੰ ਨਹੀਂ, ਆਪਣੇ ਕੋਲ ਹੀ ਰੱਖੀ ਡਬਲ ਗੇਮ। ਸੋ ਆ ਕੈਪਟਨ ਦੀ ਤਾਂ ਡਰਾਮਾ ਹੀ ਰਿਹਾ ਹਰ ਵਾਰ। ਉਵੇਂ ਕੇਜਰੀਵਾਲ ਹੈ। ਹੁਣ ਕੇਜਰੀਵਾਲ ਤੁਸੀਂ ਦੇਖੋ ਜੀ, ਕੇਜਰੀਵਾਲ ਦੀ ਸੋਚ ਕਿਤੇ ਕਹਿ ਦੂਗਾ ਜੀ ਮੈਂ ਇੰਨਾ ਮੈਂ ਬੋਨਸ ਦਿੰਦਾ ਕਣਕ ਤੇ, ਜੇ ਹੈ ਹੀ 50 ਕਿੱਲੇ ਖੇਤੀ ਦੇ ਦਿੱਲੀ ਹੁੰਦੇ ਹੈ ਤੇ ਤੁਸੀਂ ਜੋ ਮਰਜ਼ੀ ਦੇ ਦਿਓ। ਪਰ ਉਹ ਤਾਂ ਕਹਿੰਦੇ ਮੈਂ ਤਾਂ ਬਿੱਲ ਪਾੜ ਕੇ ਵੀ ਸਿੱਟੇ ਆ। ਬਿੱਲ ਪਾੜ ਕੇ ਸਿੱਟੇ ਆ ਤੇ ਬਿੱਲ ਪਹਿਲੇ ਲਾਗੂ ਕਿਵੇਂ ਕੀਤੇ ਉਹਨੇ, ਨੋਟੀਫਿਕੇਸ਼ਨ ਕਿਉਂ ਕਰਤੇ? ਸੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਿੱਧੀ ਸਾਦੀ ਪਾਰਟੀ, ਅਸੀਂ ਕੋਈ ਵੱਲ ਵਲੇਵਾ ਨਹੀਂ ਦਿਖਾਉਂਦੇ। ਜੇ ਅਸੀਂ ਫੈਸਲਾ ਕੀਤਾ ਸ਼ਰਮ ਕਰਦੇ ਹਾਂ, ਜੇ ਨਹੀਂ ਹੈ ਤਾਂ ਨਹੀਂ। ਇਹਨਾਂ ਨੂੰ ਨਹੀਂ ਕਿ ਹਰ ਰੋਜ਼ ਹੀ ਤੁਸੀਂ ਬਿਆਨ ਬਦਲੀ ਚੱਲੋ, ਬਿਆਨ ਦੇਈ ਚੱਲੋ ਤੇ ਤੁਸੀਂ ਡਰਾਮੇ ਕਰੀ ਜਾਓ, ਉਹ ਸਾਥੋਂ ਨਹੀਂ ਹੁੰਦਾ। ਸੋ ਤੁਸੀਂ ਇਸ ਚੀਜ਼ ਦੇ ਤੇ ਥੋੜਾ ਧਿਆਨ ਦੇ ਰਹੇ ਹੋ ਵੀ ਪਿਛਲੇ ਦਿਨਾਂ 'ਚ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨਾਰਾਜ਼ ਹੋਈਆਂ ਕਈ ਗੱਲਾਂ ਤੋਂ? ਕੋਈ ਨਾਰਾਜ਼ ਨਹੀਂ, ਮੇਰੀ ਲਗਾਤਾਰ ਗੱਲ ਹੁੰਦੀ ਉਹਨਾਂ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਉੱਥੇ ਜਾ ਰਹੇ ਆ। ਸਾਡੇ ਡੀਜੀਪੀਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਉੱਥੇ ਲੰਗਰ ਲਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਲਾਇਆ। ਮੈਨੂੰ 2-3 ਦਿਨ ਪਹਿਲੇ ਮੈਨੂੰ ਟੈਲੀਫੋਨ ਆਇਆ ਆਪਣੇ ਕਿਸਾਨ ਉੱਤਰਾਖੰਡ ਤੇ ਯੂਪੀ ਦੇ ਕਿਸਾਨਾਂ ਦਾ ਟੈਲੀਫੋਨ ਆਇਆ ਕਿ ਸਾਨੂੰ ਉੱਥੇ ਪੁਲਿਸ ਰੋਕ ਰਹੀ ਹੈ।
ਤੇ ਮੈਂ ਮਨਜਿੰਦਰ ਸਿੰਘ ਸਿਰਸਾ ਦੀ ਡਿਊਟੀ ਲਾਈ ਕਿ ਜਾਓ ਤੁਸੀਂ ਉਹਨਾਂ ਦੀ ਸਪੋਰਟ ਕਰਕੇ ਲੈ ਕੇ ਆਓ। ਸੋ ਅਸੀਂ ਲਗਾਤਾਰ ਇਨ ਟੱਚ, ਕੋਈ ਪ੍ਰੋਬਲਮ ਨਹੀਂ। ਤੇ ਮੈਂ ਤਾਂ ਆਪਣੇ ਵਰਕਰਾਂ ਨੂੰ ਕਿਹਾ ਕਿ ਕੋਈ ਵੀ ਲੋੜ ਪਏ, ਤੁਸੀਂ ਇੱਕ ਤਾਂ ਸਟਰੈਂਥ ਨਹੀਂ ਘਟਣੀ ਚਾਹੀਦੀ ਉੱਥੇ। ਸੋ ਅਸੀਂ ਮੋਨੀਟਰ ਕਰ ਰਹੇ ਹਾਂ ਕਿ ਸਟਰੈਂਥ ਕਿਸੇ ਹਾਲ 'ਚ ਨਾ ਘਟੇ। ਅਸੀਂ ਲਗਾਤਾਰ ਸਾਡੇ ਵਰਕਰਾਂ ਦੀ ਡਿਊਟੀ ਲੱਗੀ ਹੈ, ਤੁਸੀਂ ਉੱਥੇ ਜਾਓ। ਮੈਂ ਕੱਲ ਕੈਲਕੂਲੇਟ ਕਰ ਰਿਹਾ ਸੀ, ਤਕਰੀਬਨ ਕੋਈ 55-60 ਸਾਡੇ ਹਲਕਾ ਇੰਚਾਰਜ ਆਪ 2-2 3-3 ਦਿਨ ਲਾ ਕੇ ਆਏ। ਤੁਹਾਨੂੰ ਲੱਗਦਾ ਹੈ ਮਸਲਾ ਹੱਲ ਹੋਊਗਾ? ਕਿਉਂਕਿ ਹਰ ਕੋਈ ਇਹ ਸਵਾਲ ਪੁੱਛਦਾ ਹੈ ਕੀ ਬਣੂਗਾ। ਸਾਨੂੰ ਵੀ ਬਹੁਤ ਲੋਕ ਪੁੱਛਦੇ ਆ ਕੀ ਬਣੂਗਾ। ਸੋ ਉਹੀ ਸਵਾਲ ਮੈਂ ਤੁਹਾਨੂੰ ਪੁੱਛਦਾ ਹਾਂ। ਮੋਦੀ ਸਾਹਿਬ ਤੇ ਨਿਰਭਰ ਹੈ। ਮੋਦੀ ਸਾਹਿਬ ਗਲਤਫਹਿਮੀ 'ਚ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਸੋਚਦਾ ਹੈ ਕਿ ਮੈਂ ਇਹਨਾਂ ਨੂੰ ਥਕਾ ਲੂੰਗਾ। ਕਿੰਨੇ ਦਿਨ ਪੈ ਜਾਣਗੇ? ਮਹੀਨਾ, 2 ਮਹੀਨੇ, 3 ਮਹੀਨੇ, ਤੇ ਆਪਣੇ ਫਿਰ ਚਲੇ ਜਾਣਗੇ। ਆਹ ਪ੍ਰਾਈਮ ਮਿਨਿਸਟਰ ਮੋਦੀ ਦੀ ਸੋਚ ਹੈ। ਪਰ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਆਹ ਲੋਕ ਹੈ ਜਿਨ੍ਹਾਂ ਨੂੰ ਨਾ ਠੰਡ ਦੀ ਪਰਵਾਹ ਨਾ ਗਰਮੀ ਦੀ ਪਰਵਾਹ ਹੈ। ਜਿਹੜੇ ਪਹਿਲੇ ਗਰੀਬ ਕਿਸਾਨ ਆਪ ਹੀ ਪਿੰਡਾਂ 'ਚ ਬਾਹਰ ਬਹਿੰਦੇ ਆ, ਉੱਥੇ ਬੈਠੇ ਇੱਥੇ ਭਾਵੇਂ ਮਹੀਨਾ ਲੱਗੇ, 6 ਮਹੀਨੇ ਲੱਗੇ, ਸਾਲ ਲੱਗੇ, ਇੱਥੇ ਬੈਠੇ ਆ। ਪੂਰੇ ਦੇਸ਼ ਦੇ ਕਿਸਾਨ ਜਿੰਨੀ ਲੇਟ ਹੋਊਗੀ, ਪ੍ਰਾਈਮ ਮਿਨਿਸਟਰ ਮੋਦੀ ਨੂੰ ਪਤਾ ਹੋਣਾ ਚਾਹੀਦਾ, ਜਿੰਨਾ ਲੇਟ ਹੋਣਗੇ ਉਨਾ ਹੀ ਤਕੜੀ ਤਰੀਕੇ ਨਾਲ ਅੰਦੋਲਨ ਹੋਰ ਭਖੂਗਾ ਤੇ ਹੋਰ ਤਕੜਾ ਹੋਊਗਾ। ਜੋ ਅੰਦੋਲਨ 1 ਮਹੀਨੇ ਪਹਿਲੇ ਸੀ ਤੇ ਅੱਜ ਕਿੰਨਾ ਇਮੋਸ਼ਨਲ ਹੋ ਗਿਆ, ਅਗਲੇ ਮਹੀਨੇ ਤੁਸੀਂ ਦੇਖੋ ਹੋਰ ਇਹਦੀ ਸਟਰੈਂਥ ਵਧਣੀ ਹੈ। ਸੋ ਤੁਸੀਂ ਸਮਝਦੇ ਹੋ ਵੀ ਵਿਚਲਾ ਰਸਤਾ ਕੋਈ ਨਹੀਂ, ਸਿਰਫ ਰੱਦ ਹੀ ਕਰਨੇ ਪੈਣੇ ਹਨ? ਕਿਉਂਕਿ ਰੱਦ ਹੀ ਇੱਕ ਇਹਦਾ ਇਲਾਜ ਹੈ। ਸਭ ਤੋਂ ਸੌਖਾ ਹੈ। ਤੁਸੀਂ ਦੇਖੋ 1 ਮਿੰਟ ਦਾ ਕੰਮ ਹੈ। ਕਿਸਾਨ ਕਾਨੂੰਨ ਬਣਾਇਆ ਤੁਸੀਂ ਕਿਸਾਨਾਂ ਵਾਸਤੇ, ਕਿਸਾਨ ਉਹ ਚਾਹੁੰਦੇ ਨਹੀਂ, ਤੇ ਫਿਰ ਇੱਕੋ ਹੀ ਸੌਖਾ ਹੈ, ਪ੍ਰਧਾਨ ਮੰਤਰੀ ਕਹਿੰਦੇ ਮੈਂ ਵਾਪਸ ਲਿੱਤੇ। ਜਿੱਦ ਕਿਉਂ ਰੱਖੀ ਆਪਣੇ ਪ੍ਰਧਾਨ ਮੰਤਰੀ ਨੂੰ? ਚਲੋ, ਬਹੁਤ ਬਹੁਤ ਧੰਨਵਾਦ ਸੁਖਬੀਰ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਤਾਂ ਅਕਾਲੀ ਦਲ ਦਾ ਜਿਹੜਾ ਰੁਖ ਹੈ ਉਹ ਸਪਸ਼ਟ ਕੀਤਾ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਔਰ ਡਿਮਾਂਡ ਇਹਨਾਂ ਦੀ ਵੀ ਇਹੀ ਹੈ ਕਿ ਕੇਂਦਰ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ, ਪ੍ਰਧਾਨ ਮੰਤਰੀ ਨੂੰ ਤੁਰੰਤ ਪ੍ਰਭਾਵ ਨਾਲ ਇਸ ਦਾ ਐਲਾਨ ਕਰਨਾ ਚਾਹੀਦਾ ਹੈ ਔਰ ਇਸ ਮਸਲੇ ਨੂੰ ਹੱਲ ਕਰਕੇ ਕਿਸਾਨਾਂ ਨੂੰ ਘਰੋਂ ਘਰੀ ਭੇਜਣਾ ਚਾਹੀਦਾ ਹੈ। ਹੋਰ ਖਬਰਾਂ ਲਈ ਤੁਸੀਂ ਨਿਊਜ਼ 18 ਪੰਜਾਬ ਦੇ ਨਾਲ ਬਣੇ ਰਹੋ।